नमस्कार, दूरदर्शन खबरां 'ਚ ਆਪ ਸਭ ਦਾ ਸਵਾਗਤ। मैं जतिंदर सिंह। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਸਥਿਤੀ ਦੀ ਸਮੀਖਿਆ ਲਈ ਸਭ ਤੋਂ ਵੱਧ ਪ੍ਰਭਾਵਿਤ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਕੋਵਿਡ-19 ਵਿਰੁੱਧ ਜੰਗ ਵਿੱਚ ਕੇਂਦਰ ਦੇ ਪੂਰੇ ਸਹਿਯੋਗ ਦਾ ਭਰੋਸਾ ਦਿਵਾਇਆ। ਨਰਿੰਦਰ ਮੋਦੀ ਨੇ ਵਸੀਲਿਆਂ ਦੀ ਘਾਟ ਦੂਰ ਕਰਨ ਲਈ ਸਾਰੇ ਸੂਬਿਆਂ ਨੂੰ ਇੱਕ ਰਾਸ਼ਟਰ ਵਜੋਂ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਆਕਸੀਜਨ ਦੇ ਉਤਪਾਦਨ ਅਤੇ ਸਪਲਾਈ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਵਿਰਾਰ ਸਥਿਤ ਕੋਵਿਡ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ। ਭਾਰਤ ਵਿੱਚ ਕੋਰੋਨਾ ਮਾਮਲਿਆਂ ਵਿੱਚ ਤੇਜ਼ ਵਾਧਾ ਲਗਾਤਾਰ ਜਾਰੀ। ਬੀਤੇ ਦਿਨ 3,32,730 ਨਵੇਂ ਕੋਰੋਨਾ ਮਾਮਲੇ ਦਰਜ। ਪਿਛਲੇ 24 ਘੰਟਿਆਂ ਦੌਰਾਨ 1,93,000 ਤੋਂ ਵੱਧ ਕੋਰੋਨਾ ਮਰੀਜ਼ ਸਿਹਤਯਾਬ ਹੋਏ। ਹੁਣ ਤੱਕ ਦੇਸ਼ ਵਿੱਚ 13,54,78,420 ਕੋਵਿਡ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ। ਕੇਂਦਰ ਸਰਕਾਰ ਆਉਂਦੇ 2 ਮਹੀਨਿਆਂ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਗਰੀਬਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾਏਗੀ। ਪੰਜਾਬ ਸਰਕਾਰ ਨੇ ਕੋਰੋਨਾ ਸਥਿਤੀ ਦੇ ਮੱਦੇਨਜ਼ਰ ਸੂਬੇ ਵਿੱਚ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਉਪਲਬਧਤਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੈਲਪਲਾਈਨ 104 ਜਾਰੀ ਕੀਤੀ, ਜੋ 24 ਘੰਟੇ ਚਾਲੂ ਰਹੇਗੀ। ਪੱਛਮ ਬੰਗਾਲ ਵਿੱਚ 7ਵੇਂ ਗੇੜ ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸਮਾਪਤ। 26 ਅਪ੍ਰੈਲ ਨੂੰ ਹੋਣ ਵਾਲੀਆਂ 7ਵੇਂ ਗੇੜ ਦੀਆਂ ਚੋਣਾਂ ਦੌਰਾਨ 5 ਜ਼ਿਲ੍ਹਿਆਂ ਦੀਆਂ 34 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਵਾਈਆਂ ਜਾਣਗੀਆਂ। ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਸਿੱਧਾ ਲਾਭ ਤਬਾਦਲਾ ਰਾਹੀਂ ਫਸਲ ਦੀ ਖਰੀਦ ਦੀ ਰਕਮ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਤੇ ਸਰਕਾਰ ਦਾ ਧੰਨਵਾਦ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਦੇਸ਼ ਵਿੱਚ ਕੋਰੋਨਾ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਨੂੰ ਕੋਵਿਡ-19 ਵਿਰੁੱਧ ਜੰਗ ਵਿੱਚ ਕੇਂਦਰ ਦੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਕੋਵਿਡ ਸਥਿਤੀ ਦੀ ਸਮੀਖਿਆ ਲਈ ਸਭ ਤੋਂ ਵੱਧ ਪ੍ਰਭਾਵਿਤ 10 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਵਸੀਲਿਆਂ ਦੀ ਘਾਟ ਦੂਰ ਕਰਨ ਲਈ ਸਾਰੇ ਸੂਬਿਆਂ ਨੂੰ ਇੱਕ ਰਾਸ਼ਟਰ ਵਜੋਂ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਵੀ ਸੂਬਿਆਂ ਨਾਲ ਸੰਪਰਕ ਵਿੱਚ ਨੇ ਅਤੇ ਸਥਿਤੀ ਤੇ ਪੂਰੀ ਨਜ਼ਰ ਰੱਖ ਰਹੇ ਨੇ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਵੱਲੋਂ ਚੁੱਕੇ ਗਏ ਆਕਸੀਜਨ ਸਪਲਾਈ ਦੇ ਮੁੱਦੇ ਦਾ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਕਸੀਜਨ ਦੇ ਉਤਪਾਦਨ ਅਤੇ ਸਪਲਾਈ ਵਧਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇ ਸਾਰੇ ਸਬੰਧਤ ਵਿਭਾਗ ਅਤੇ ਮੰਤਰਾਲਾ ਸਥਿਤੀ ਨਾਲ ਨਜਿੱਠਣ ਲਈ ਤਾਲਮੇਲ ਬਣਾ ਕੇ ਕੰਮ ਕਰ ਰਹੇ ਨੇ ਅਤੇ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਨਅਤੀ ਆਕਸੀਜਨ ਨੂੰ ਵੀ ਲੋਕਾਂ ਦੇ ਇਲਾਜ ਲਈ ਉਪਲਬਧ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਆਕਸੀਜਨ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਤੇ ਰੋਕ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਇੱਕ ਸੂਬੇ ਨੂੰ ਆਕਸੀਜਨ ਟੈਂਕਰਾਂ ਦੀ ਬੇਰੋਕ ਆਵਾਜਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸੂਬਿਆਂ ਨੂੰ ਵੱਖ-ਵੱਖ ਹਸਪਤਾਲਾਂ ਤੱਕ ਆਕਸੀਜਨ ਲੈ ਕੇ ਜਾਣ ਲਈ ਉੱਚ ਪੱਧਰੀ ਤਾਲਮੇਲ ਕਮੇਟੀਆਂ ਸਥਾਪਿਤ ਕਰਨ ਲਈ ਆਖਿਆ। ਅੱਜ ਦੀ ਇਸ ਵਰਚੁਅਲ ਮੀਟਿੰਗ ਦੌਰਾਨ ਜਿਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ ਉਹਨਾਂ ਵਿੱਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਕੇਰਲ, ਗੁਜਰਾਤ, ਦਿੱਲੀ, ਰਾਜਸਥਾਨ, ਕਰਨਾਟਕ ਅਤੇ ਤਾਮਿਲਨਾਡੂ ਸ਼ਾਮਲ ਸਨ। ਰੋਜ਼ਾਨਾ ਦਰਜ ਹੋਣ ਵਾਲੇ ਤਾਜ਼ਾ ਕੋਰੋਨਾ ਮਾਮਲਿਆਂ ਵਿੱਚ 75% ਇਹਨਾਂ ਸੂਬਿਆਂ ਤੋਂ ਹੁੰਦੇ ਨੇ। ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਅਤੇ ਵਣਜ ਅਤੇ ਸਨਅਤਾਂ ਬਾਰੇ ਮੰਤਰੀ ਪਿਊਸ਼ ਗੋਇਲ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨੇ ਉੱਚ ਸਰਕਾਰੀ ਅਧਿਕਾਰੀਆਂ ਨਾਲ ਵੀ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਵੱਲੋਂ ਅੱਜ ਦੇਸ਼ ਵਿੱਚ ਮੈਡੀਕਲ ਆਕਸੀਜਨ ਦੇ ਉਤਪਾਦਨ ਅਤੇ ਸਪਲਾਈ ਦਾ ਜਾਇਜ਼ਾ ਲੈਣ ਲਈ ਉੱਘੇ ਆਕਸੀਜਨ ਉਤਪਾਦਕਾਂ ਨਾਲ ਵੀ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਕੋਵਿਡ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਪਾਲਘਰ ਦੇ ਮੈਂਬਰ ਪਾਰਲੀਮੈਂਟ ਰਜਿੰਦਰਾ ਗਾਵਤ ਨੇ ਇਹ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਗੰਭੀਰ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਦਿੱਤੇ ਗਏ ਨੇ। ਪ੍ਰਧਾਨ ਮੰਤਰੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਵਿਰਾਰ ਦੇ ਕੋਵਿਡ ਹਸਪਤਾਲ ਵਿੱਚ ਅੱਗ ਲੱਗਣ ਦੀ ਘਟਨਾ ਬਹੁਤ ਦੁਖਦਾਈ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸੇ ਦੌਰਾਨ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਲੀਪ ਵਾਲਸੇ ਪਾਟਿਲ ਨੇ ਸੂਬੇ ਦੇ ਪੁਲਿਸ ਮੁਖੀ ਨੂੰ ਹਸਪਤਾਲ ਵਿੱਚ ਅੱਗ ਲੱਗਣ ਦੀ ਘਟਨਾ ਦੀ ਵਿਸਥਾਰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਦਰਦਨਾਕ ਹਾਦਸੇ ਵਿੱਚ 13 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ। ਭਾਰਤ ਵਿੱਚ ਕੋਰੋਨਾ ਮਾਮਲਿਆਂ ਵਿੱਚ ਤੇਜ਼ ਵਾਧਾ ਲਗਾਤਾਰ ਜਾਰੀ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਬੀਤੇ ਦਿਨ 3,32,730 ਨਵੇਂ ਕੋਰੋਨਾ ਮਾਮਲੇ ਦਰਜ ਹੋਏ, ਜਿਸ ਮਗਰੋਂ ਦੇਸ਼ ਵਿੱਚ ਕੋਰੋਨਾ ਦੀ ਪੁਸ਼ਟੀ ਵਾਲੇ ਮਾਮਲਿਆਂ ਦੀ ਕੁੱਲ ਸੰਖਿਆ 1,62,63,695 ਤੱਕ ਪਹੁੰਚ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 1,93,000 ਤੋਂ ਵੱਧ ਕੋਰੋਨਾ ਮਰੀਜ਼ ਸਿਹਤਯਾਬ ਹੋਏ। ਹੁਣ ਤੱਕ ਦੇਸ਼ ਵਿੱਚ 1,36,48,000 ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਨੇ।
देश ਵਿੱਚ कोरोना तो ठीक होने की दर 83.92% ਤੇ आ गई है। मौजूदा समय देश में 24,28,616 एक्टिव कोरोना केस मौजूद ने। बीते दिन 2,263 कोरोना मरीजों की मौत हुई, जबकि हुण तक 1,86,920 लोगों दी जानां जा चुकियां ने। कोरोना के टाकरे लिए टीकाकरण का अमल तेजी नाल जारी है। सेहत मंत्रालय अनुसार हुण तक देश में 13,54,78,420 कोविड टीके दीयां खुराकां दित्तियां जा चुकियां ने। केंद्र सरकार आउंदे 2 महीनों दौरान प्रधानमंत्री गरीब कल्याण अन्न योजना तहत गरीबों को मुफ्त अनाज मुहैया करवाएगी। इस स्कीम तहत मई और जून महीनों दौरान गरीब परिवारों के हर एक जी को हर महीने 5-5 किलो अनाज मुहैया करवाया जाएगा। इस नाल देश के 80 करोड़ लोगों को लाभ होगा। पिछले साल कोविड-19 महामारी संकट दौरान सरकार वालों लोगों को मुफ्त अनाज मुहैया करवाया गया सी। प्रधानमंत्री नरेंद्र मोदी ने इस गल ते जोर दिता कि जब देश कोरोना वायरस की दूजी लहर का सामना कर रहा है, उस समय गरीब जनता को अनाज उपलब्ध कराना बहुत जरूरी है। उन्होंने कहा कि सरकार इस काम उत्ते 26,000 करोड़ रुपए खर्च करेगी। प्रधानमंत्री नरेंद्र मोदी 25 अप्रैल ऐतवार को आकाशवाणी के चर्चित प्रोग्राम मन की बात राही देशवासियों नाल रूबरू होणगे। मन की बात प्रोग्राम की यह 76वीं कड़ी होगी। इस प्रोग्राम का प्रसारण ऑल इंडिया रेडियो और दूरदर्शन के समुचे नैटवर्क से किया जाएगा। इस तो इलावा इस प्रोग्राम को DD न्यूज़, ऑल इंडिया रेडियो, PMO और सूचना ते प्रसारण मंत्रालय के YouTube चैनलों पर सुनिया जा सकता है। मन की बात के प्रसारण तो तुरंत बाद DD पंजाबी ते इसका पंजाबी अनुवाद प्रसारित किया जाएगा। मन की बात प्रोग्राम के पंजाबी अनुवाद को रात 8 बजे मुड़ प्रसारित किया जाएगा। पंजाब सरकार ने कोरोना स्थिति के मद्देनज़र सूबे में हस्पतालों में बिस्तरियां की उपलब्धता बारे जानकारी हासिल करने लई हैल्पलाइन 104 जारी की है, जो 24 घंटे चालू रहेगी। यह फैसला अज मुख्यमंत्री कैप्टन अमरिंदर सिंह की प्रधानगी में एक उच्च पद्धरी मीटिंग दौरान लिया गया। मुख्यमंत्री ने देश के ਵੱਖ-ਵੱਖ हिस्सों में कोविड मरीजों लिए बिस्तरियां की कमी ते चिंता जाहिर की। उन्होंने कहा कि पंजाब में दोवें सरकारी और प्राइवेट सैक्टर के हस्पतालों में बिस्तरियां की उपलब्धता के मामले में स्थिति सुखावी है। मुख्यमंत्री ने सेहत विभाग को लैवल 2 और लैवल 3 के हस्पतालों में 75% बैड कोविड मरीजों लिए राखवें रखने और हस्पतालों में होर ऑपरेशनों पर पूरी तरह पाबंदी लगाने लई कहा, तां जो हस्पताल कोविड मरीजों के इलाज से ध्यान केंद्रित कर सकन। मुख्यमंत्री ने सूबे के मिलिटरी हस्पतालों में पश्चिमी कमान वालों वधेरे बिस्तरे स्थापित करने और मनुखी अमला लगाउण की शलाघा की। कैप्टन अमरिंदर सिंह ने कहा कि सूबे में लगाईयां ताज़ा पाबंदियों नाल समुची स्थिति स्थिर हुई है। उन्होंने दस्सिया कि पंजाब में कोरोना तो मौत दर 1.75% तो 1.4% ते आई है, पर पंजाब में कोरोना की पॉजिटिविटी दर अजे भी 10.3% है। मुख्यमंत्री ने कहा कि भावें राष्ट्रीय पद्धर ते पंजाब बेहतर स्थिति में है, पर कोरोना के मामले में अवेसलेपन की गुंजाइश नहीं है और सानू हर तरह की हंगामी स्थिति लिए तैयार रहना चाहिए है। मुख्यमंत्री ने पुलिस विभाग को सूबे में लगाईयां गई पाबंदियों सख्ती नाल लागू कराने के निर्देश दिए, तां जो कोरोना वायरस को होर फैलण तो रोकया जा सके। कैप्टन अमरिंदर सिंह ने सूबे में टैसटिंग और सैंपलिंग के वाधे ते तसल्ली प्रगट की। उन्होंने दस्सिया कि इस समय रोज़ाना 50,000 तो वध सैंपल लए जाते हैं। पंजाब में RT-PCR टैसटां की रोज़ाना समर्था 43,000 ते पहुँच गई है, जिसनों वधा के रोज़ाना 60,000 किया जाएगा। बिहार के पटना के अकीलपुर पुलिस स्टेशन खेत्र में अज सवेरे एक पिकअप वैन पलट के गंगा दरिया में डिग गई, जिस कारण इस विच सवार 9 व्यक्तियों की डुब्बण कारण मौत हो गई। पुलिस अनुसार गोताखोरां वालों 9 लाशां कढ लईआं गईआं ने। अजे भी कई होर लोगों के लापता होने बारे गल की जा रही है, उन्हां दी तलाश जारी है। प्रशासन के कई सीनियर अधिकारी मौके वाली थां ते मौजूद ने। दस्सिया जा रहा है कि लोगों को लैके जा रही पिकअप वैन का संतुलन बिगड़ गया और वह पलटी खा के दरिया में डिगी। पश्चिम बंगाल में 7वें गेड़ ਦੀਆਂ विधान सभा चोणां ਲਈ चोण प्रचार अज शाम समाप्त हो रहा है। लगातार ਵੱਧਦੇ कोरोना मामलों को वेखदਿਆਂ चोण कमीशन ने रोड शो करन, पैदल यात्रावां कढ़न और मोटर गड्डियां की रैली ते पाबंदी लगा दी है। बीते दिन जारी एक हुक्म में चोण कमीशन ने कहा कि इन्हां चोणां के प्रचार दौरान सूबे में जनतक रैलियां में 500 तो वध लोगों की हाज़री ते पाबंदी है। नवे प्रबंध चोण अमल पूरी तरह खत्म होने तक जारी रहेंगे। चोण कमीशन ने ਵੱਖ-ਵੱਖ सियासी पार्टियां वालों कोविड प्रोटोकोल की उलंघना करने का सख्त नोटिस लिया और भविख में कोविड प्रोटोकोल को सख्ती नाल लागू करने को यकीनी बनाने के निर्देश दिए। इस तो पहला चोण कमीशन ने विधान सभा चोणों के 8 गेड़ों चों बाकी रहिंदे गेड़ों लई चोण प्रचार के समय में कटौती करने का हुक्म भी जारी किया सी। कमीशन ने शाम 7 बजे तो सवेरे 10 बजे तक चोण प्रचार करने ते पाबंदी लगा दी है। इस तो इलावा चोणों तो 48 घंटे पहला चोण प्रचार खत्म करने की बजाय 72 घंटे पहला चोण प्रचार खत्म करने के हुक्म भी जारी किए, जिस सदका सोमवार को होने वाली 7वें गेड़ की चोण लई चोण प्रचार अज शाम समाप्त हो रहा है।
26 ਅਪ੍ਰੈਲ ਨੂੰ ਹੋਣ ਵਾਲੀਆਂ 7ਵੇਂ ਗੇੜ ਦੀਆਂ ਚੋਣਾਂ ਦੌਰਾਨ 5 ਜ਼ਿਲ੍ਹਿਆਂ ਦੀਆਂ 34 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਵਾਈਆਂ ਜਾਣਗੀਆਂ। ਇਹਨਾਂ ਸੀਟਾਂ ਤੇ 268 ਉਮੀਦਵਾਰ ਚੋਣ ਮੈਦਾਨ ਵਿੱਚ ਨੇ, ਜਿਨ੍ਹਾਂ ਵਿੱਚੋਂ 37 ਮਹਿਲਾ ਉਮੀਦਵਾਰ ਨੇ। 2 ਵਿਧਾਨ ਸਭਾ ਸੀਟਾਂ ਤੇ ਉਮੀਦਵਾਰਾਂ ਦੀ ਮੌਤ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਜੇ ਜਾਰੀ ਹੈ। ਇਸ ਵਾਰ ਕਿਸਾਨਾਂ ਨੂੰ ਉਹਨਾਂ ਦੀ ਜਿਣਸ ਦੀ ਅਦਾਇਗੀ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਪ੍ਰਾਪਤ ਹੋ ਰਹੀ ਹੈ, ਜਿਸ ਤੇ ਕਿਸਾਨ ਕਾਫੀ ਖੁਸ਼ ਨੇ। ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਸਿੱਧਾ ਲਾਭ ਤਬਾਦਲਾ ਰਾਹੀਂ ਫਸਲ ਦੀ ਖਰੀਦ ਦੀ ਰਕਮ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਤੇ ਸਰਕਾਰ ਦਾ ਧੰਨਵਾਦ ਕੀਤਾ। ਆਲੋਵਾਲ ਪਿੰਡ ਦੇ ਕਿਸਾਨ ਬਲਰਾਮ ਬਾਂਸਲ ਨੇ ਦੱਸਿਆ ਕਿ ਉਸ ਨੇ ਆਪਣੀ ਫਸਲ ਮੰਡੀ ਵਿੱਚ ਵੇਚੀ ਅਤੇ ਫਸਲ ਦੀ ਅਦਾਇਗੀ ਦੀ ਰਕਮ ਉਸ ਦੇ ਖਾਤੇ ਵਿੱਚ ਆ ਚੁੱਕੀ ਹੈ। ਇਸੇ ਤਰ੍ਹਾਂ ਅਸਰਪੁਰ ਪਿੰਡ ਦੇ ਕਿਸਾਨ ਗੁਰਮੇਲ ਸਿੰਘ ਨੇ ਵੀ ਅਦਾਇਗੀ ਦੇ ਪੈਸੇ ਖਾਤੇ ਵਿੱਚ ਪ੍ਰਾਪਤ ਕਰਨ ਤੇ ਖੁਸ਼ੀ ਜ਼ਾਹਰ ਕੀਤੀ। ਪ੍ਰਸਾਰ ਭਾਰਤੀ ਦੇ ਪਟਿਆਲਾ ਸਥਿਤ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਪਾਤੜਾਂ ਤਹਿਸੀਲ ਦੇ ਪਿੰਡ ਗੋਬਿੰਦਪੁਰਾ ਦੇ ਗੁਰਜਿੰਦਰ ਸਿੰਘ ਪੈਂਦ, ਪਸਿਆਣਾ ਦੇ ਬਹਾਲ ਸਿੰਘ ਅਤੇ ਸਮਾਣਾ ਦੇ ਕਿਸਾਨ ਅਮਰਿੰਦਰ ਸਿੰਘ ਨੇ ਵੀ ਸਿੱਧਾ ਲਾਭ ਤਬਾਦਲਾ ਰਾਹੀਂ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦਾ ਅਮਲ ਸ਼ੁਰੂ ਕਰਨ ਤੇ ਸਰਕਾਰ ਦਾ ਧੰਨਵਾਦ ਕੀਤਾ। ਬਲਰਾਮ ਬੰਸਲ ਜੀ, ਕੋਈ ਦਿੱਕਤ ਨਹੀਂ ਆ ਰਹੀ ਜੀ। ਪਿੰਡ ਮੇਰਾ ਆਲੋਵਾਲ ਹੈ ਜੀ ਤੇ ਪੇਮੈਂਟ ਮੇਰੇ ਕੋਲ ਰਿਸੀਵ ਹੋ ਗਈ ਹੈ ਜੀ ਡਾਇਰੈਕਟ। ਇਸ ਵਾਰ ਕੋਈ ਦਿੱਕਤ ਨਹੀਂ ਆਈ ਹੈ ਜੀ, ਨਾ ਕੋਈ ਮੁਸ਼ਕਿਲ ਨਹੀਂ, ਬਲਕਿ ਬਕਾਇਦਾ ਮੈਸੇਜ ਆੜਤ ਦੀ ਫਰਮ ਤੇ ਵੀ ਆਉਂਦੇ ਨੇ, ਜ਼ਿਮੀਂਦਾਰ ਨੂੰ ਵੀ ਆਉਂਦੇ ਨੇ ਜੀ ਕਿ ਤੁਹਾਡੀ ਪੇਮੈਂਟ ਪੈ ਗਈ ਹੈ। ਗੁਰਮੇਲ ਸਿੰਘ ਵਿਰਕ, ਅਸਰਪੁਰ। ਕੋਈ ਮੁਸ਼ਕਿਲ ਨਹੀਂ ਆ ਰਹੀ, ਜੋ ਵੀ ਪੇਮੈਂਟ ਗਵਰਨਮੈਂਟ ਪਾ ਰਹੀ ਹੈ ਸਾਡੇ ਖਾਤਿਆਂ 'ਚ ਆ ਚੁੱਕੀ ਹੈ ਤੇ ਬਾਕੀ ਮਾਲ ਵਧੀਆ ਤਰੀਕੇ ਨਾਲ ਵਿਕ ਰਿਹਾ ਹੈ। ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨੇ ਹਾਂ। ਗੁਰਜਿੰਦਰ ਸਿੰਘ ਪੈਂਦ, ਗੋਬਿੰਦਪੁਰਾ ਪਿੰਡ ਪੈਂਦ, ਤਹਿਸੀਲ ਪਾਤੜਾਂ, ਡਿਸਟ੍ਰਿਕਟ ਪਟਿਆਲਾ ਤੋਂ ਹਾਂ। ਜੋ ਅਸੀਂ ਆਪਣੀ ਕਣਕ ਸਰਕਾਰ ਨੂੰ ਵੇਚੀ ਹੈ ਉਹਦੀ ਅਦਾਇਗੀ ਸਾਨੂੰ 17 ਤਰੀਕ ਨੂੰ ਪਹੁੰਚ ਚੁੱਕੀ ਹੈ। ਮੈਂ ਅਮਰਿੰਦਰ ਸਿੰਘ, ਸਾਨੂੰ ਹਜ਼ਾਰਾ ਸਿੰਘ, ਜੋ ਕਿ ਸਵਾਨਾ ਮੰਡੀ 'ਚ ਲੈ ਕੇ ਕਣਕ ਆਇਆ ਸੀ, ਜੋ ਕਿ ਪਨ ਗ੍ਰੇਨ ਵੱਲੋਂ ਖਰੀਦ ਕੀਤੀ ਗਈ ਹੈ 11 ਤਰੀਕ ਨੂੰ। ਉਹਦੀ ਪੇਮੈਂਟ 3 ਦਿਨਾਂ ਦੇ ਵਿੱਚ ਖਾਤੇ ਵਿੱਚ ਆ ਗਈ ਹੈ, ਜੋ ਕਿ ਸਿੱਧੀ ਪੇਮੈਂਟ ਆ ਗਈ ਹੈ। ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ। ਮੈਂ ਬਹਾਲ ਸਿੰਘ, ਸਾਨੂੰ ਗੁਰਚਰਨ ਸਿੰਘ, ਪਿੰਡ ਕਸਿਆਣਾ। ਮੈਂ ਆਪਣੀ ਕਣਕ ਦੀ ਫਸਲ 11 ਤਰੀਕ ਨੂੰ ਅਨਾਜ ਮੰਡੀ ਸਰਹੰਦ ਰੋਡ ਪਟਿਆਲਾ ਵਿਖੇ ਲੈ ਕੇ ਆਇਆ ਸੀ ਤੇ ਉਸੇ ਦਿਨ ਪਨਗ੍ਰੇਨ ਮਹਿਕਮੇ ਵੱਲੋਂ ਮੇਰੀ ਕਣਕ ਖਰੀਦ ਲਈ ਗਈ ਸੀ ਤੇ 3 ਦਿਨ ਦੇ ਅੰਦਰ ਅੰਦਰ ਮੇਰੇ ਖਾਤੇ ਵਿੱਚ ਡਾਇਰੈਕਟ ਪੇਮੈਂਟ ਪੈ ਗਈ ਹੈ ਤੇ ਮੈਂ ਸਰਕਾਰ ਦੇ ਪ੍ਰਬੰਧਾਂ ਤੋਂ ਬਹੁਤ ਖੁਸ਼ ਹਾਂ। ਬੀਤੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕਈ ਥਾਈਂ ਹਲਕੀ ਤੋਂ ਦਰਮਿਆਨੀ ਵਰਖਾ ਹੋਈ। ਜਲੰਧਰ ਵਿੱਚ ਰਾਤ ਤੋਂ ਹੀ ਰੁਕ-ਰੁਕ ਕੇ ਹੋ ਰਹੀ ਵਰਖਾ ਸਵੇਰੇ ਵੀ ਜਾਰੀ ਰਹੀ। ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਮੋਹਾਲੀ ਅਤੇ ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਬੀਤੇ 24 ਘੰਟਿਆਂ ਦੌਰਾਨ ਹਲਕੀ ਤੋਂ ਦਰਮਿਆਨੀ ਵਰਖਾ ਦਰਜ ਕੀਤੀ ਗਈ। ਇਸ ਵਰਖਾ ਨਾਲ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 33.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿੱਚ ਵੀ ਟੁੱਟਵੀਆਂ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਦਰਜ ਹੋਈ। ਮੌਸਮ ਵਿਭਾਗ ਨੇ ਆਉਣ ਵਾਲੇ 4 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਦਕਿ 28 ਤੋਂ 30 ਅਪ੍ਰੈਲ ਤੱਕ ਫਿਰ ਪੰਜਾਬ ਅਤੇ ਹਰਿਆਣਾ ਵਿੱਚ ਹਲਕੀ ਵਰਖਾ ਅਤੇ ਗਰਜ ਚਮਕ ਦਾ ਅਨੁਮਾਨ ਹੈ। ਡੀਡੀ ਪੰਜਾਬੀ ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNU DD ਕੇ ਜਲੰਧਰ ਤੇ ਵੀ ਵੇਖ ਸਕਦੇ ਨੇ ਅਤੇ ਇਹ ਬੁਲੇਟਿਨ RNU ਜਲੰਧਰ ਦੇ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ ਤੇ ਵੀ ਉਪਲਬਧ ਨੇ। ਤੇ ਬੁਲੇਟਿਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਸਥਿਤੀ ਦੀ ਸਮੀਖਿਆ ਲਈ ਸਭ ਤੋਂ ਵੱਧ ਪ੍ਰਭਾਵਿਤ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਕੋਵਿਡ-19 ਵਿਰੁੱਧ ਜੰਗ ਵਿੱਚ ਕੇਂਦਰ ਦੇ ਪੂਰੇ ਸਹਿਯੋਗ ਦਾ ਭਰੋਸਾ ਦਿਵਾਇਆ। ਨਰਿੰਦਰ ਮੋਦੀ ਨੇ ਵਸੀਲਿਆਂ ਦੀ ਘਾਟ ਦੂਰ ਕਰਨ ਲਈ ਸਾਰੇ ਸੂਬਿਆਂ ਨੂੰ ਇੱਕ ਰਾਸ਼ਟਰ ਵਜੋਂ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਆਕਸੀਜਨ ਦੇ ਉਤਪਾਦਨ ਅਤੇ ਸਪਲਾਈ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਾਰਾਸ਼ਟਰ ਦੇ ਪਾਲਕਰ ਜ਼ਿਲ੍ਹੇ ਵਿੱਚ ਵਿਰਾਰ ਸਥਿਤ ਕੋਵਿਡ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ। ਭਾਰਤ ਵਿੱਚ ਕੋਰੋਨਾ ਮਾਮਲਿਆਂ ਵਿੱਚ ਤੇਜ਼ ਵਾਧਾ ਲਗਾਤਾਰ ਜਾਰੀ। ਬੀਤੇ ਦਿਨ 3,32,730 ਨਵੇਂ ਕੋਰੋਨਾ ਮਾਮਲੇ ਦਰਜ। ਪਿਛਲੇ 24 ਘੰਟਿਆਂ ਦੌਰਾਨ 1,93,000 ਤੋਂ ਵੱਧ ਕੋਰੋਨਾ ਮਰੀਜ਼ ਸਿਹਤਯਾਬ ਹੋਏ। ਹੁਣ ਤੱਕ ਦੇਸ਼ ਵਿੱਚ 13,54,78,420 ਕੋਵਿਡ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ। ਕੇਂਦਰ ਸਰਕਾਰ ਆਉਂਦੇ 2 ਮਹੀਨਿਆਂ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਗਰੀਬਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾਏਗੀ। ਪੰਜਾਬ ਸਰਕਾਰ ਨੇ ਕੋਰੋਨਾ ਸਥਿਤੀ ਦੇ ਮੱਦੇਨਜ਼ਰ ਸੂਬੇ ਵਿੱਚ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਉਪਲਬਧਤਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੈਲਪਲਾਈਨ 104 ਜਾਰੀ ਕੀਤੀ, ਜੋ 24 ਘੰਟੇ ਚਾਲੂ ਰਹੇਗੀ। ਪੱਛਮ ਬੰਗਾਲ ਵਿੱਚ 7ਵੇਂ ਗੇੜ ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸਮਾਪਤ। 26 ਅਪ੍ਰੈਲ ਨੂੰ ਹੋਣ ਵਾਲੀਆਂ 7ਵੇਂ ਗੇੜ ਦੀਆਂ ਚੋਣਾਂ ਦੌਰਾਨ 5 ਜ਼ਿਲ੍ਹਿਆਂ ਦੀਆਂ 34 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਵਾਈਆਂ ਜਾਣਗੀਆਂ।
ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਸਿੱਧਾ ਲਾਭ ਤਬਾਦਲਾ ਰਾਹੀਂ ਫਸਲ ਦੀ ਖਰੀਦ ਦੀ ਰਕਮ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਤੇ ਸਰਕਾਰ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ। ਨਮਸਕਾਰ।